ਵਾਹਿਗੁਰੂ। ਇੱਕ ਓੰਕਾਰ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰ ਪ੍ਰਸਾਦ। ਜਿਤਾ ਜੀਉ ਪਿੰਡ ਸਭ ਤੇਰਾ, ਤੂੰ ਅੰਤਰਜਾਮੀ ਪੁਰਖ ਭਗਵਾਨ। ਦਾਸਨ ਦਾਸ ਕਹਿ ਜਨ ਨਾਨਕ, ਜਿਹਾ ਤੂੰ ਕਰਾਹੇ ਤਿਹਾ ਹਉ ਕਰੀ ਵਖਿਆਨ। ਗੁਰ ਨਾਨਕ ਪਦ ਪੰਕਜ ਬੰਧਨ, ਪਾਦ ਪੰਕਜ ਬੰਧਨ। ਸਿਮਰਉ ਅੰਗਦ ਦੁਖ ਨਿਕੰਦਨ, ਗੁਰ ਅਮਰਦਾਸ ਹਿਰਦੈ ਨਿਤ ਧਿਆਨ। ਹਿਰਦੈ ਨਿਤ ਧਿਆਨ, ਗੁਰ ਰਾਮਦਾਸ ਗੁਣ ਗਾਨ। ਗੁਰ ਅਰਜਨ ਬਿਘਨ ਕੇ ਨਾਸਕ, ਬਿਘਨ ਕੇ ਨਾਸਕ। ਗੁਰ ਹਰਿ ਗੋਬਿੰਦ ਸ਼ੁਭ ਸੁਮਤਿ ਪ੍ਰਕਾਸ਼ਕ। ਸ਼੍ਰੀ ਹਰਿ ਰਾਇ ਨਮੋ ਕਰ ਜੋਰੀ, ਨਮੋ ਕਰ ਜੋਰੀ। ਸ਼੍ਰੀ ਹਰਿ ਕ੍ਰਿਸ਼ਨ ਮਨਾ ਬਾਉਰੀ। ਗੁਰੂ ਤੇਗ ਬਹਾਦਰ ਪਰਮ ਕਿਰਪਾਲਾ ਜੀ, ਪਰਮ ਕਿਰਪਾਲਾ। ਗੁਰੂ ਗੋਬਿੰਦ ਸਿੰਘ ਵਿਸਾਲ, ਤਰੁ ਤਾਰਾ ਪਾਰ। ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼, ਤਰੁ ਤਾਰਾ ਪਾਰ। ਪੁਨ ਪੁਨ ਸੀਸਾ ਜੀ, ਪੁਨ ਪੁਨ ਸੀਸਾ। ਬੰਦੋ ਬਾਰ ਬਾਰ ਜਗਦੀਸ਼। ਜਿਸ ਮੈਂ ਅੰਮ੍ਰਿਤ ਗਿਆਨ ਹੈ, ਮਾਣਕ ਭਗਤ ਬੈਰਾਗ। ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨੁਰਾਗ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਏਕ ਓੰਕਾਰ ਸਤਿਗੁਰੂ ਜਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ ਹੈ, ਬਿਘਨ ਬਿਨਾਸਨ ਸੋਏ। ਵਾਹਿਗੁਰੂ ਜੀ
ਜਿਮ ਕੀਨੋ ਸਤਿਗੁਰ ਫੁਰਮਾਵਣ, ਤਿਮ ਸੁਚੇਤ ਹੈ ਵੋ ਲਾਗ ਬਨਾਵਣ। ਭਲੇ ਰੇਤ ਸੋ ਜੁਗਲ ਸੁਧਾਰੇ, ਪੰਕ ਈਟਕਾ ਸੁੰਦਰ ਸਾਰੇ। ਪਰਮ ਸਨਮਾਨਯੋਗ ਸਤਿਗੁਰੂ ਚਵਰ ਛਤਰ ਤਖਤ ਦੇ ਮਾਲਕ ਹਾਜ਼ਰਾ ਹਜੂਰ ਜਾਹਰਾ ਜਹੂਰ ਸ਼ਬਦ ਗੁਰੂ ਜੁਗੋਂ ਜੋਗਾ ਟਲ ਸਤਿਗੁਰੂ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਬੈਠੇ ਸਤਸੰਗੀ ਜਨੋ, ਆਪ ਜੀ ਵੱਡੇ ਭਾਗਾਂ ਵਾਲੇ ਹੋ ਜੋ ਸਤਿਕਾਰਯੋਗ ਧੰਨ ਮਾਤਾ ਰਾਜਕੌਰ ਜੀ ਦੇ ਪਾਵਨ ਸਥਾਨ ਗੁਰਦੁਆਰਾ ਮੰਜੀ ਸਾਹਿਬ ਵਿਖੇ ਸ਼ਾਮਾਂ ਦੇ ਦੀਵਾਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ। ਆਓ ਰੋਜ਼ਾਨਾ ਦੀ ਤਰ੍ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੀ ਚੱਲ ਰਹੀ ਲੜੀਵਾਰ ਇਤਿਹਾਸ ਕਥਾ ਦੇ ਨਾਲ ਅਗਲੇਰੀ ਸਾਥ ਪਾਉਣ ਤੋਂ ਪਹਿਲਾਂ ਅਸੀਸ ਬਖਸ਼ਿਸ਼ ਕਰੋ ਜੀ। ਰਸਨਾ ਨੂੰ ਕਰੋ ਪਵਿੱਤਰ, ਜਿਤਨੇ ਵੀ ਜੁੜ ਬੈਠੇ ਹੋ ਲਵਾਓ ਹਾਜ਼ਰੀ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜਿਮ ਕੀਨੋ ਸਤਿਗੁਰ ਫੁਰਮਾਵਣ, ਤਿਮ ਸੁਚੇਤ ਹੈ ਵੋ ਲਾਗ ਬਨਾਵਣ। ਕਵਿਰਾਜ ਕਵੀ ਸੰਤੋਖ ਸਿੰਘ ਜੀ ਅੱਗੇ ਲਿਖ ਰਹੇ ਨੇ ਕਿ ਜਿਵੇਂ ਕੱਲ ਪਿਛਲੇ ਪ੍ਰਕਰਣਾਂ ਵਿੱਚ ਆਪ ਜੀ ਨੇ ਸਰਵਣ ਕੀਤਾ ਸੀ ਕਿ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਹੁਕਮ ਮੰਨ ਕੇ ਭਾਈ ਰਾਮਾ ਜੀ ਨੇ ਅਤੇ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਨੇ ਪਹਿਲੇ ਦਿਨ ਥੜਾ ਬਣਾਇਆ ਔਰ ਸ਼ਾਮ ਨੂੰ ਧੰਨ ਗੁਰੂ ਅਮਰਦਾਸ ਜੀ ਆਉਂਦੇ ਨੇ, ਦੋਵੇਂ ਥੜੇ ਵੇਖਦੇ ਨੇ, ਦੋਵਾਂ ਨੂੰ ਕਹਿੰਦੇ ਨੇ ਭਾਈ ਢਾਹ ਦਿਓ, ਸਾਡੇ ਮਤਲਬ ਦਾ ਬਣਿਆ ਨਹੀਂ। ਭਾਵੇਂ ਭਾਈ ਰਾਮਾ ਜੀ ਕੁਝ ਕੁ ਖਿਜੇ ਪਰ ਥੜਾ ਢਾਹ ਦਿੱਤਾ। ਹੁਣ ਅਗਲੇ ਦਿਨ ਕਹਿੰਦੇ ਨੇ ਕਰੋ ਚਿਨਾਵਣ ਦੋਨੋਂ ਫੇਰੇ। ਜਦੋਂ ਗੁਰੂ ਸਾਹਿਬ ਜੀ ਨੂੰ ਹੁਕਮ ਕਿਹਾ ਕਿ ਦੋਵੇਂ ਜਾਣੇ ਭਾਈ ਥੜੇ ਨੂੰ ਦੁਬਾਰੇ ਬਣਾਓ, ਗੁਰੂ ਸਾਹਿਬ ਦਾ ਹੁਕਮ ਸੀ ਕਿ ਜਿਮ ਕੀਨੋ ਸਤਿਗੁਰੂ ਫੁਰਮਾਵਣ, ਤਿਮ ਸੁਚੇਤ ਹੈ ਲਾਗ ਬਣਾਵਣ। ਦੂਜੇ ਦਿਨ ਸਵੇਰ ਦੇ ਸਮੇਂ ਜਦੋਂ ਸੇਵਾ ਸ਼ੁਰੂ ਕੀਤੀ, ਥੜਾ ਬਣਾਉਣਾ ਸ਼ੁਰੂ ਕੀਤਾ, ਆਪਣੇ ਕੋਲ ਪਹਿਲੇ ਦਿਨ ਵੀ ਠੀਕ ਬਣਾਇਆ ਸੀ, ਦੂਜੇ ਦਿਨ ਹੋਰ ਸੁਚੇਤ ਹੋ ਕੇ ਸਾਵਧਾਨ ਹੋ ਕੇ। ਭਾਈ ਰਾਮਾ ਜੀ ਵੀ ਸੋਚਦੇ ਨੇ ਕਿ ਕੱਲ ਹੋ ਸਕਦਾ ਕਿਤੇ ਥੋੜ੍ਹੀ ਬਹੁਤੀ ਕਮੀ ਰਹਿ ਗਈ ਹੋਵੇ, ਪਰ ਅੱਜ ਪੂਰੇ ਸੁਚੇਤ ਹੋ ਕੇ ਬਣਾਉਂਦੇ ਨੇ ਕਿ ਅੱਜ ਕਮੀ ਨਹੀਂ ਰਹਿਣ ਦੇਣੀ। ਭਲੇ ਰੇਤ ਸੋ ਜੁਗ ਜੁਗਲ ਸੁਧਾਰੇ, ਪੰਕ ਏਟਕਾ ਸੁੰਦਰ ਸਾਰੇ। ਕਹਿੰਦੇ ਬੜੇ ਸੋਹਣੇ ਤਰੀਕੇ ਨਾਲ ਦੋਹਾਂ ਨੇ ਸੋਹਣੀਆਂ ਸੋਹਣੀਆਂ ਸਿੱਧੀਆਂ ਸਿੱਧੀਆਂ ਇੱਟਾਂ ਗਈਆਂ, ਗਾਰਾ ਪਾਉਂਦੇ ਨੇ, ਇੱਟ ਰੱਖਦੇ ਨੇ ਔਰ ਇੱਟ ਦੀ ਚੰਗੀ ਤਰ੍ਹਾਂ ਸਤਾਈ ਕਰਦੇ ਨੇ, ਸਿੱਧੀ ਕਰਕੇ ਪੂਰੀ ਤਰ੍ਹਾਂ ਗਾਰਾ ਜਿਹੜਾ ਬਹੁਤਾ ਬਾਹਰ ਵੀ ਨਾ ਹੋਵੇ। ਇਸ ਢੰਗ ਦੇ ਨਾਲ ਬੜੀ ਸੁਚੇਤਤਾ ਨਾਲ ਜਿਹੜੀ ਇਹ ਕਾਰ ਸੇਵਾ ਦੂਸਰੇ ਦਿਨ ਕਰਦੇ ਨੇ ਥੜਾ ਬਣਾਉਣ ਦੀ। ਸ੍ਰੀ ਗੁਰ ਜਾਨਿਓ ਸਾਇੰਕਾਲ, ਚਲੇ ਬਾਵਲੇ ਦਿਸ਼ਾ ਕਿਰਪਾਲ। ਜਦੋਂ ਧੰਨ ਗੁਰੂ ਅਮਰਦਾਸ ਜੀ ਨੇ ਦੇਖਿਆ ਕਿ ਦੂਜੇ ਦਿਨ ਸੰਧਿਆ ਦਾ ਸਮਾਂ ਹੋਣ ਵਾਲਾ ਹੈ, ਸੋਦਰ ਦਾ ਸਮਾਂ ਹੋਣ ਵਾਲਾ ਹੈ, ਉਸ ਤੋਂ ਪਹਿਲਾਂ ਸਤਿਗੁਰੂ ਧੰਨ ਗੁਰੂ ਅਮਰਦਾਸ ਜੀ ਬੌਲੀ ਸਾਹਿਬ ਵਾਲੇ ਪਾਸੇ ਨੂੰ ਗਏ ਨੇ। ਪ੍ਰਥਮ ਜਹਾਂ ਰਾਮੇ ਨੇ ਕਰੀ, ਆਣ ਬਿਲੋਕਣ ਕੀਨ ਸਥਰੀ। ਪਹਿਲੋਂ ਜਿੱਥੇ ਥੜਾ ਸਾਹਿਬ ਭਾਈ ਰਾਮਾ ਜੀ ਨੇ ਬਣਾਇਆ, ਸਤਿਗੁਰੂ ਜੀ ਪਹਿਲੋਂ ਉਸੇ ਪਾਸੇ ਗਏ, ਜਾ ਕੇ ਥੜੀ ਨੂੰ ਚੰਗੀ ਤਰ੍ਹਾਂ ਦੇਖਿਆ ਹੈ। ਕਹਿਓ ਤਾਹੇ ਇਹ ਕਰੇ ਨਾ ਆਛੇ, ਤਥਾ ਬਣੇ ਨਾ ਜਤਾ ਹਮ ਬੰਸ਼ੇ। ਹੁਣ ਸਤਿਗੁਰੂ ਜੀ ਦੂਸਰੇ ਦਿਨ ਵੀ ਸ਼ਾਮ ਨੂੰ ਕਹਿੰਦੇ ਨੇ ਕਿ ਪੁੱਤਰ ਰਾਮਾ ਜੀ ਜਿਵੇਂ ਦੀ ਥੜੀ ਕਹੀ ਸੀ ਉਵੇਂ ਦੀ ਬਣੀ ਨਹੀਂ, ਉਨੀ ਚੰਗੀ ਬਣੀ ਨਹੀਂ ਜਿਵੇਂ ਦੀ ਕਹੀ ਸੀ, ਜਿਸ ਤਰ੍ਹਾਂ ਦੇ ਅਸੀਂ ਚਾਹੁੰਦੇ ਉਵੇਂ ਦੀ ਨਹੀਂ ਬਣੀ।
करो बेदारण फेर बनावो, बिन मत ते श्रम बात करावो। सतगुरु जी कहते बिना मतलब तो ही मिहनत करी होंगे, मिहनत तो सारा दिन की, पर इस मेहनत नूं करके भी बनया कुछ नहीं, साडे मुताबिक ये थड़ा बने ही नहीं, इनू ढा दो, ढा के दोबारे फिर बनाओ। सुन रामे निज हृदय विचारा, मैं निके थड धरे सुधारा। हुण भाई रामा जी मन विच विचार करते हैं कि अज तो कोई कमी नहीं, अज तो पूरे मैं धागा ला ला के सूत ला ला के सीधियां ईंटां कर करके रखिया, किसी पासों टेढ़े भी नहीं, ना अंदर नूं है ना बाहर नूं है, पूरी साफ बनाई है। कहन लग्यो मैं तथा बनाई, जिस बिद तुमने दीन बताई। अज भाई रामा जी को बोल भी पे कि सतगुरु जी अज तो कोई कमी नहीं, जिवें ते तुसीं दस के गए सी बिल्कुल उसी तरह बनाई है, और बड़ी सुचेतता नाल बड़े सोहने ढंग दे नाल बनाई है। बड़ी रुचर बैठक के जोग, देखत करे सराहन लोग। सतगुरु जी अज तो लोगों ने भी बड़ा सलाया इस थड़े, ਜਿਹੜਾ ही वेखदा सी आके कहंदा सी हुण गुरु साहब दे बैठण जोगा सोहना बनया, बड़ा योग बनया। मैं कैसे कर देहूँ टहाई, इसते आशी क्या बन जाई। भाई रामा जी कहते सतगुरु जी हुण कहते घटाउणी है कि इस तो वधिया इस तो चंगा थड़ा होर किहड़ा बनेगा जी, कि इस तो सीधा जा इस तो चंगा मैनू नहीं लगता कोई होर थड़ा बन सकता है। तब सतगुरु ने दे टहाए, करे कार पुण भले बताए। गुरु साहब जी कह के चले गए कि नहीं पुत्र रामा इनू ढाल दो। हुण गुरु साहब का हुक्म से दूजे दिन भी कि जेड़ा औखा जो के मन्निया पर मन लिया, थड़ी नूं ढा दिता। इस प्रकार के जय सुख थरी, सुरत संभारो उर्बत धरी। गुरु साहब जी अपने उस डंडे नाल निशानी फिर लगे, कहते सुरत नूं संभाल के चंगी तरह समझ के सोहने ढंग नाल थड़ी गल नूं फिर बनाओ। रामदास दिस चल गए, हेर थरे को उचरत भये। उस तरह धन श्री रामदास जी वाले पासे गए, थड़े साहब नूं जाके देखिया तो सतगुरु जी ने बचन उत्थे भी उवें कीते। यह तै नेके नहीं बनाए, बैठ बे कारण हमो न भाई। सतगुरु जी कहते ने रामदास जी कि साढ़े बैठण दे योग नहीं, सानू नहीं पसंद आई, ये थड़ी साढ़े मतलब दी नहीं बनी। करो बेदारण राखो नाहे, कहो ना लखियो तुम हो मन माहे। और जिवें झिड़क मारी दी है, गुरु साहब जी नाले इवें भी कहते हैं कि कहो ना लखियो तुम हो मन माहे। जो कुछ असीं कहा सी तुसीं उहनूं चंगी तरह समझिया नहीं, इनू ढा दे, इनू रखना नहीं। सुन सतगुर के बागण सरोण, ढाहण करे धरे मुख मौन। पर धन श्री गुरु रामदास जी को कुछ नहीं बोले, सत बचन कह के नीवें पा के खड़े सन। उस वेले दोवें हाथों के नाल थड़ा साहब जिहड़ा ढाउणा शुरू कर दिता। और पै धर के बोलिओ फेर, तुमरे मते आगाध बडेर। उनदे विचों दो चार ईटा परां नूं सुट के ढा के धन श्री रामदास जी हाथ जोड़ के फिर सतगुरु के चरणों में बैठ गए तो बेनती करते हैं हाथ जोड़ के, सतगुरु जी तुमरे मती आगाध बडेर, तुहाडी मत बुत बड़ी वड्डी है। हम मत मंद सके नह जान, तो कृपा तुम करो महान। धन श्री रामदास जी कहते हैं असीं माड़ी मत वाले, थोड़ी समझ वाले, आप जी के कहे हुए समझ नहीं सकते। सतगुरु जी तुहाडा बिरदा तुसीं बड़े महान हो, फिर कृपा कर दो। तुसीं तो बड़े सोहने ढंग नाल समझाया सी, मैं ही नहीं समझ सकिया। बिसर जात हमरे मत थोरे,
बख्शो खता आप अब मोरी। उधर भाई रामा जी ने अज भावें बचन कहे तो नहीं बोल कि तुसी भुल जाते हो, पर मन दे विच जरूर आ गए कि गुरु साहब जी हुण भुल जाते हैं। पर इधर धन श्री रामदास जी ने वो कहते सतगुरु जी तुसी तो समझाते हो, मेरी मत थोड़ी मैं ही भुल जाना। बख्शो खता आप अब मोरी। सतगुरु जी एक बारी होर कृपा करो, मेरे तो खता होगी, गलती होगी है, एक बारी होर बख्श दो। जिस प्रकार के देहो बताए हित रावर के अबे बनाए। सतगुरु जी जेड़े तरीके नाल तुसी दस के जाओगे एक बारी होर दस दो, कल उस तरह यतन करांगा कि उस तरह का बना देंगा। सुन सतगुरु ने करी लकीर, जिस बित करो थरी धर तीर। हुण खिचनी तो उस छोटे नाल ली की सी, गुरु साहब जी ने अज चार लीका फिर खिच दी भी इन्हां दे उत्ते बिल्कुल सीधा करके बनाना भी तड़ा इनू सोहणे ढंग नाल कल फिर बनाए। हिम दोनों को फिर बताए, मंद मंद गमने निज थाए। कहते इस तरह दूसरे दिन दोबारा गुरु साहब जी ने फिर कहा कि इनू ढा के दोबारे बनाओ। और गुरु साहब जी हौली हौली चलते हुए अपने स्थान पर आए। भई प्रभात आए पुन दो, लगे बनावन थल पिख सौ। सवेर हुई, आसा के वार का भोग पिया। थड़िया वाली थां ते दोवें आए थे। धन गुरु रामदास जी प्रेम भावना के नाल लगे ने सेवा करना। और भाई रामा जी इट चुकते हैं, नाले वेखते हैं पिठ तो सीधी है, इट्टां भी सीधियां ने, लाइयां भी सीधियां सी। हुण लावां के ना लावां, इट नूं कदे वेखते हैं कदे रखते हैं। कहण तो भाव कि उस माड़े दे मन नाल कि जे अज भी चलो एक बारी बना के वेख ही लईए। निके रेत सुधारण करे, पंख ईट का पंकत जरे। भाई रामा जी ने अज होर सोहणे तरीके दे नाल यतन किया कि कोई कमी ना रहे। सोहणे तरीके दे नाल जिहड़ा गारा लाउंदे ने बाहर आउंदा उस गारे नूं भी साफ करदे ने, ऐन चिण चिण के सिद्धियां कर कर कीटा भी लाउंदे ने। दिन सगरे मह लई बनाए, दोनों दिस बुध कर अधिकाए। सारा दिन सेवा की, शाम तक दोवां ने थड़े फिर बना ले। और अपने वालों बड़ी समझ दे नाल बड़े सोहणे ढंग दे नाल बनाए। पुने आए गुर तीसर पारे, लख न सके को महिमा भारी। कहते तीसरे दिन शाम नूं धन गुरु अमरदास जी वो थड़िया नूं वेखण वास्ते फिर आए कि जिन्हां दी महिमा आगाध बोध है, जिन्हां दी महिमा नूं समझिया नहीं जा सकता। और गंभीर धीर के धरता, सभ्यन ते उत्तम जिन चरता। कहते जेड़े सतगुरु जी आप गैर गंभीर ने, जिन्हां दा अपना धीरज धरती ते वांग है। सारिਆਂ ਦੇ ਵਿੱਚ ਜਿਹੜੇ उत्तम ने, जिन्हां दे चरित्रा नूं समझिया नहीं जा सकता। प्रथम रामे के दिस आए, खरे थरे दिस दृष्ट लगाए। अज तीसरे दिन भी पहलू भाई रामा जी वाले पासे गए, जाके थड़े नूं चंगी तरह वेखिया। कहो बाक भाऊ रामे तोहे, कहो नहीं जिम भाख्यो मोहे। सतगुरु फिर कहते ने कि रामिया, कहते पुत्र उस तरह किया नहीं जिवें कहा सी, उस तरह थोड़ा बनाया नहीं जिवें समझा के गया सा। नह पसंद है आए हमारे, जिम चाहत तिम नहीं सुधारे। सतगुरु कहते साढ़े पसंद नहीं आया तेरा, जिवें दा सी चाहुंदे उवें दा सोहना बनिया नहीं। बहुत बार समझावण करियो, थरे काज करबो नह सरियो। और सतगुरु जी कहते ने रामे इन्नी बार समझाया कि एक थड़ा नहीं तुसीं बना सकते जिवें दा किया है। सुन रामा चितवत चित माही, यह कारण क्या लखियत नाही। हुण भाई रामा जी खिज गए
ਤੇ ਸੋਚਦੇ ਨੇ ਕਾਰਨ ਕੀ, ਸਮਝ ਨਹੀਂ ਲੱਗਦੀ। ਕਿਉਂਕਿ ਸੇਵਾ ਤਾਂ ਕਰਦੇ ਹੀ ਨੇ, ਹੁਕਮ ਵੀ ਮੰਨਦੇ ਨੇ। ਔਰ ਵੇਖਣ ਵਾਸਤੇ ਸੰਗਤਾਂ ਦੇ ਮਨ ਵਿੱਚ ਸ਼ੰਕਾ ਵੀ ਤਾਂ ਆਇਆ ਸੀ ਕਿ ਰਾਮਾ ਜੀ ਜ਼ਿਆਦਾ ਪ੍ਰੇਮੀ ਨੇ ਜਾਂ ਧੰਨ ਗੁਰੂ ਰਾਮਦਾਸ ਜੀ। ਹੁਣ ਬਾਹਰੋਂ ਤੇ ਪ੍ਰੇਮ ਸਾਰਿਆਂ ਦਾ ਨਜ਼ਰ ਆਉਂਦਾ ਹੈ, ਬਾਹਰੋਂ ਸ਼ਾਂਤ ਸਾਰੇ ਨਜ਼ਰ ਆ ਜਾਂਦੇ ਨੇ, ਪਰ ਕਦੇ ਡੱਬੇ ਦੀ ਤੀਲ ਵੇਖੋ, ਡੱਬੇ ਦੇ ਵਿੱਚ ਪਈ ਸ਼ਾਂਤੀ ਪਈ ਹੈ ਨਾ ਜੀ, ਉਹਨੇ ਕੋਈ ਹਿਲਣਾ ਜੁਲਣਾ ਥੋੜ੍ਹੀ ਹੈ। ਪਰ ਮਾੜੀ ਜੀ ਜਦੋਂ ਰਗੜੋ ਫਿਰ ਪਤਾ ਲੱਗਦਾ ਕਿ ਅੱਗ ਨਾਲ ਭਰੀ ਪਈ ਹੈ। ਬਸ ਉਹ ਤੀਜਾ ਦਿਨ ਰਗੜਾ ਲੱਗਿਆ ਤਾਂ ਉਹ ਅੱਗ ਬਾਹਰ ਆ ਗਈ, ਤੇ ਬਾਹਰ ਉਹੀ ਕੁਛ ਹੁੰਦਾ ਜੋ ਕੁਛ ਅੰਦਰ ਹੋਵੇ। ਕਰਤ ਵਿਚਾਰ ਨਾ ਨਿਸ਼ਚੈ ਠਾਨਾ, ਕਰਤ ਵਿਚਾਰ ਸੋ ਨਿਸ਼ਚੈ ਠਾਨਾ, ਇਨ ਕੋ ਬਹੁ ਸਰੀਰ ਬਿਰਦਾਨਾ। ਕਹਿੰਦੇ ਭਾਈ ਰਾਮਾ ਜੀ ਵਿਚਾਰ ਕਰਦੇ ਨੂੰ ਪੱਕਾ ਨਿਸ਼ਚਾ ਕਰ ਲਿਆ ਕਿ ਨਹੀਂ ਹੁਣ ਤੇ ਗੱਲ ਸਮਝ ਆ ਗਈ, ਪੱਕੀ ਹੋ ਗਈ। ਤੇ ਕਿਹੜੀ? ਕਹਿੰਦੇ ਇਹਨਾਂ ਦਾ ਸਰੀਰ ਬਜ਼ੁਰਗ ਹੋ ਗਿਆ ਹੈ, ਇਹ ਬਜ਼ੁਰਗ ਹੋ ਗਏ ਨੇ, ਬਹੁਤੀ ਉਮਰ ਹੋ ਗਈ ਹੈ। ਗਈ ਯਾਰ ਬਨ ਬੀਤ ਬਡੇਰੀ, ਕਹਿਓ ਨਾ ਯਾਦ ਰੱਖੇ ਇਸ ਬੇਰੀ। ਕਹਿੰਦੇ ਇਹ ਸਤਿਗੁਰੂ ਜੀ ਹੁਣ ਬਜ਼ੁਰਗ ਹੋ ਗਏ ਨੇ, ਬਹੁਤੀ ਉਮਰ ਬੀਤ ਗਈ ਹੈ, 90-92 ਸਾਲ ਦੇ ਹੋ ਗਏ ਨੇ। ਕਈ ਹੋਈ ਗੱਲ ਇਹਨਾਂ ਨੂੰ ਚੇਤੇ ਹੀ ਨਹੀਂ ਰਹਿੰਦੀ ਕਿ ਸਵੇਰੇ ਕੁਝ ਹੋਰ ਕਹਿ ਕੇ ਜਾਂਦੇ ਨੇ, ਸ਼ਾਮ ਨੂੰ ਸ਼ਾਇਦ ਇਹਨਾਂ ਨੂੰ ਕੁਝ ਹੋਰ ਚੇਤੇ ਰਹਿੰਦਾ ਹੈ। ਇਮ ਠੱਟ ਮਨ ਮਹਿ ਕੀਨ ਬਖਾਨ, ਜਿਮ ਤੁਮਨੇ ਮੋਹੇ ਕਹੋ ਫੁਰਮਾਨ। ਕਹਿੰਦੇ ਇਸ ਤਰ੍ਹਾਂ ਦੀ ਧਾਰਨਾ ਮਨ ਵਿੱਚ ਪੱਕੀ ਬਣਾ ਲਈ ਕਿ ਹੁਣ ਤੇ ਗੱਲ ਸਮਝ ਪੱਕੀ ਹੋ ਗਈ ਕਿ ਗੁਰੂ ਸਾਹਿਬ ਜੀ ਹੁਣ ਯਾਦ ਨਹੀਂ ਕੁਝ ਰੱਖਦੇ, ਭੁੱਲ ਜਾਂਦੇ ਨੇ। ਭਾਈ ਰਾਮਾ ਜੀ ਕਹਿੰਦੇ ਨੇ ਸਤਿਗੁਰੂ ਜੀ ਜਿਵੇਂ ਤੁਸੀਂ ਫਰਮਾਇਆ ਸੀ, ਜਿਵੇਂ ਕਹਿ ਕੇ ਗਏ ਸੀ, ਥੜਾ ਤੇ ਉਵੇਂ ਦਾ ਹੀ ਬਣਿਆ, ਅੱਜ ਵੀ ਉਵੇਂ ਦਾ ਬਣਿਆ ਸੀ, ਕੱਲ੍ਹ ਵੀ ਇਸੇ ਤਰ੍ਹਾਂ ਦਾ ਬਣਿਆ ਸੀ। ਕਰੇ ਤਥਾ ਮੈਂ ਬੁੱਧ ਬਲ ਲਾਏ, ਕਹਿ ਕਰ ਆਚੇ ਸੁਧ ਬਣਵਾਏ। ਸਤਿਗੁਰੂ ਜੀ ਅੱਜ ਤੇ ਮੈਂ ਪੂਰੇ ਸਮਝ ਦੇ ਨਾਲ ਸੋਚ ਕੇ ਇੱਕ ਇੱਟ ਨੂੰ ਚੰਗੀ ਤਰ੍ਹਾਂ ਧਿਆਨ ਦੇ ਨਾਲ ਟਿਕਾਇਆ ਹੈ, ਚੰਗਾ ਸੂਝ ਬੂਝ ਦੇ ਨਾਲ ਬਣਾਇਆ ਹੈ। ਔਰ ਵੇਖਣ ਵਾਲੀ ਜਿਹੜੀ ਸੰਗਤ ਸੀ, ਲੋਕ ਸੀ, ਕਿਸੇ ਨੇ ਵੀ ਕੋਈ ਵੀ ਕਮੀ ਨਹੀਂ ਕੱਢੀ। ਪਰ ਤੁਸੀਂ ਕਹਿੰਦੇ ਬਣੇ ਹੀ ਨਹੀਂ। ਆਪ ਕਹੋ ਜਿਮ ਬਿਸਰੈ ਫੇਰ, ਇਸ ਮੈਂ ਦੋਸ਼ ਹੈ ਕਿਆ ਮੇਰ। ਕਿ ਜਿਵੇਂ ਅੱਜ ਕੱਲ੍ਹ ਦੀ ਪੀੜ੍ਹੀ ਆਮ ਹੀ ਕਹਿ ਦਿੰਦੀ ਕਿ ਬਾਪੂ ਹੁਣ ਤੈਨੂੰ ਕੀ ਪਤਾ, ਵੀ ਅੱਜ ਕੱਲ੍ਹ ਜੋ ਕੁਛ ਚੱਲਦਾ ਸਾਨੂੰ ਪਤਾ, ਤੈਨੂੰ ਕੀ ਪਤਾ, ਤੂੰ ਇੱਕ ਪਾਸੇ ਬਹਿ ਜਾ, ਤੈਨੂੰ ਏਸੀ ਲਾ ਕੇ ਦਿੱਤਾ ਹੈ, ਗੱਡੀ ਤੇਰੇ ਕੋਲ ਹੈ, ਡਰਾਈਵਰ ਤੇਰੇ ਕੋਲ ਹੈ, ਬਸ ਸਾਨੂੰ ਨਾ ਟੋਕ। ਹੁਣ ਭਾਈ ਰਾਮਾ ਜੀ ਸਖਤ ਵੀ ਬੋਲਦੇ ਨੇ, ਤੇ ਜੋ ਕੁਛ ਬੋਲਦੇ ਨੂੰ ਕਿਹਾ ਤਾਂ ਨਹੀਂ ਜਾ ਸਕਦਾ ਕਿ ਤੁਸੀਂ ਬਜ਼ੁਰਗ ਹੋ ਗਏ ਹੋ। ਸਤਿਗੁਰੂ ਜੀ ਤੁਸੀਂ ਕਹਿ ਕੇ ਭੁੱਲ ਜਾਂਦੇ, ਮੇਰਾ ਕੋਈ ਕਸੂਰ ਨਹੀਂ, ਮੈਂ ਤਾਂ ਉਵੇਂ ਦਾ ਬਣਾਇਆ ਜਿਵੇਂ ਦਾ ਤੁਸੀਂ ਸਵੇਰੇ ਕਿਹਾ ਸੀ। ਇਮ ਸੁਣ ਸਤਿਗੁਰੂ ਤੂਸ਼ਣ ਠਾਨੀ, ਆਤ ਗੰਭੀਰ ਤੇਰ ਗੁਣ ਖਾਨੀ। ਹੁਣ ਜਦੋਂ ਜਵਾਬ ਇੱਕੋ ਇਵੇਂ ਦਾ ਮਿਲੇ ਕਿ ਤੁਸੀਂ ਭੁੱਲ ਦਿਓ, ਮੈਂ ਨਹੀਂ ਭੁੱਲਦਾ। ਪਰ ਅੱਗੋਂ ਇਹ ਜਵਾਬ ਦੇਣ ਲੱਗਿਆ, ਇਹ ਬਿਲਕੁਲ ਭੁੱਲ ਕੇ ਕਿ ਗੁਰੂ ਸਾਹਿਬ ਦੀ ਬਾਣੀ ਤੇ ਇੱਕ ਗੱਲ ਕਹਿੰਦੀ ਹੈ ਕਿ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ। ਕਿਉਂਕਿ ਇਹ ਉੱਤੋਂ ਜ਼ੁਬਾਨ ਨਾਲ ਪੜ੍ਹੀ ਹੋਈ ਬਾਣੀ ਹੈ ਨਾ, ਉੱਤੋਂ ਵਾਲਾ ਪਿਆਰ ਹੈ। ਇਹ ਗੱਲ ਬੋਲਣ ਲੱਗਿਆ ਸਮਝ ਨਹੀਂ ਨਾ ਆਈ ਕਿ ਗੁਰੂ ਸਾਹਿਬ ਜੀ ਤਾਂ ਕਹਿੰਦੇ ਨੇ ਗੁਰਮੁਖ ਬੁੱਢੇ ਕਦੇ ਨਹੀਂ, ਜਿਨ੍ਹਾਂ ਅੰਤਰ ਸੁਰਤ ਗਿਆਨ। ਉਹਦੇ ਨਾਮ ਜਪਣ ਵਾਲੇ ਵੀ ਬੁੱਢੇ ਕਦੇ ਨਹੀਂ ਹੁੰਦੇ, ਤੇ ਫਿਰ ਸਮਰੱਥ ਗੁਰੂ ਜਿਹੜੇ ਆਪ ਕਦੇ ਨਹੀਂ ਭੁੱਲਦੇ। ਤੇ ਜਦੋਂ ਭਾਈ ਰਾਮਾ ਜੀ ਕਹਿੰਦੇ ਕਿ ਹੁਣ ਤੁਸੀਂ ਭੁੱਲ ਜਾਂਦੇ ਹੋ, ਮੇਰੀ ਕੋਈ ਗਲਤੀ ਨਹੀਂ, ਤੁਹਾਡੀ ਉਹ ਗਲਤੀ ਹੈ। ਸਤਿਗੁਰੂ ਜੀ ਫਿਰ ਚੁੱਪ ਹੋ ਗਏ, ਗੰਭੀਰ ਹੋ ਗਏ, ਫਿਰ ਕੁਝ ਨਹੀਂ ਕਿਹਾ। ਪੁਨ ਸ੍ਰੀ ਰਾਮਦਾਸ ਟਿਕ ਗਏ, ਹੇਰ ਥਰੇ ਕਹੋ ਬੋਲਤ ਪਏ। ਇੱਥੇ ਕਵੀ ਸੰਤੋਖ ਸਿੰਘ ਜੀ ਨੇ 3 ਦਿਨ ਲਿਖਿਆ ਹੈ, ਪਰ ਕੁਝ ਵਿਦਵਾਨ 7 ਦਿਨ ਲਿਖਦੇ ਨੇ, ਕਿਉਂਕਿ ਪਰਖ ਕਰਨੀ ਕਿ ਕਿੰਨਾ ਕੁ ਪਰਖ ਤੇ ਖਰਾ ਉਤਰਦਾ ਹੈ। 3 ਦਿਨ ਵੀ ਥੋੜੇ ਨਹੀਂ ਹੁੰਦੇ। ਹੁਣ ਕਹਿੰਦੇ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਨੇ ਜਿੱਥੇ ਥੜਾ ਬਣਾਇਆ, ਗੁਰੂ ਅਮਰਦਾਸ ਜੀ ਉੱਥੇ ਪਹੁੰਚੇ ਨੇ। ਥੜੇ ਨੂੰ ਵੇਖਿਆ ਤੇ ਬਚਨ ਉੱਥੇ ਵੀ ਉਹੀ ਕੀਤੇ।
ਇਹ ਤੈ ਨੇਕੇ ਨਹੀਂ ਬਣਾਏ, ਕਈ ਬਾਰ ਬਹੁ ਮਤ ਨਹੀਂ ਆਈ। ਸਤਿਗੁਰੂ ਜੀ ਕਹਿੰਦੇ ਨੇ, ਰਾਮਦਾਸ ਕਹਿੰਦੇ ਇਹ ਠੀਕ ਨਹੀਂ ਬਣਾਇਆ ਕਿ ਇੰਨੀ ਵਾਰ ਸਮਝਾਇਆ, ਇੰਨੀ ਵਾਰ ਕਿਹਾ, ਤੁਹਾਨੂੰ ਸਮਝ ਨਹੀਂ ਲੱਗਦੀ। ਇਮ ਕਹਿ ਗਏ ਬਣੀ ਤਿਮ ਨਾਹੀ, ਸ਼ਰਮ ਬਾਦ ਕੀਨਸ ਇਸ ਮਾਹੀ। ਸਤਿਗੁਰੂ ਜੀ ਕਹਿੰਦੇ ਨੇ ਕਿ ਮੈਂ ਜੋ ਕੁਝ ਕਿਹਾ ਸੀ ਉਸ ਤਰ੍ਹਾਂ ਦਾ ਤਾਂ ਬਣੇ ਨਹੀਂ, ਕਿ ਖਾਮ ਖਾਏ ਤੁਹਾਡੀ ਮਿਹਨਤ ਵੀ ਬੇਕਾਰ ਗਈ। ਮਿਹਨਤ ਇੰਨੀ ਕੀਤੀ ਥੋੜ੍ਹੀ ਨਹੀਂ, ਸਾਰਾ ਦਿਨ ਲਾਇਆ ਹੈ, ਪਰ ਇਹ ਮਿਹਨਤ ਬੇਕਾਰ ਚਲੀ ਗਈ ਹੈ। ਸੁਣ ਗੁਰ ਬਾਕ ਮੰਦ ਨਿਜ ਜਾਣਿਓ, ਭਇਓ ਨੰਬਰ ਪਾਇਣ ਨ ਪਟਾਨਿਓ। ਹੁਣ ਦੇਖੋ ਜਵਾਬ ਇੱਥੋਂ ਵੀ ਉਸੇ ਤਰ੍ਹਾਂ ਦਾ ਮਿਲਦਾ ਹੈ, ਪਰ ਫਰਕ ਕਿੰਨਾ ਹੈ। ਤੀਜੇ ਦਿਨ ਭਾਈ ਰਾਮਾ ਜੀ ਕਹਿੰਦੇ ਕਿ ਸਤਿਗੁਰੂ ਜੀ ਹੁਣ ਬਣਾਉਣੀ ਹੋਈ ਨਹੀਂ, ਮੇਰੇ ਤੋਂ ਬਣਨੀ ਹੋਈ ਨਹੀਂ, ਮੈਂ ਨਹੀਂ ਬਣਾ ਸਕਦਾ। ਢਾਹ ਦਿੱਤੇ ਪਰ ਚੌਥੇ ਦਿਨ ਬਣਾਈ ਨਹੀਂ। ਔਰ ਸਤਿਗੁਰੂ ਧੰਨ ਗੁਰੂ ਰਾਮਦਾਸ ਜੀ ਵੀ ਕਹਿੰਦੇ ਨੇ ਕਿ ਸਤਿਗੁਰੂ ਜੀ ਮੇਰੇ ਤੋਂ ਨਹੀਂ ਬਣਨੀ। ਜਵਾਬ ਹੋਈ ਪਰ ਫਰਕ ਬੜਾ ਹੈ। ਉਹ ਕਹਿੰਦਾ ਕਿ ਮੈਂ ਬਣਾਉਣੀ ਨਹੀਂ, ਮੇਰੇ ਤੋਂ ਬਣਨੀ ਨਹੀਂ। ਸ੍ਰੀ ਰਾਮਦਾਸ ਜੀ ਕਹਿੰਦੇ ਨੇ ਸਤਿਗੁਰੂ ਜੀ ਮੇਰੇ ਤੋਂ ਨਹੀਂ ਬਣਨੀ। ਤੇ ਕਿਉਂ ਨਹੀਂ ਬਣਨੀ? ਕਹਿੰਦੇ ਹਉ ਅਜਾਣ ਨਿਤ ਭੁੱਲਣ ਹਾਰੋ। ਉਹ ਕਹਿੰਦਾ ਸੀ ਤੁਸੀਂ ਭੁੱਲ ਜਾਂਦੇ ਹੋ। ਸ੍ਰੀ ਰਾਮਦਾਸ ਜੀ ਕਹਿੰਦੇ ਸਤਿਗੁਰੂ ਜੀ ਮੈਂ ਅਣਜਾਣ ਹਾਂ, ਮੈਂ ਰੋਜ਼ ਹੀ ਭੁੱਲ ਜਾਂਦਾ। ਤੁਮ ਕਿਰਪਾਲ ਨਿਜ ਬਿਰਦ ਸੰਭਾਰੋ। ਪਰ ਤੁਸੀਂ ਕਿੰਨੇ ਕਿਰਪਾਲੂ ਆਪਣੇ ਬਿਰਦ ਨੂੰ ਸੰਭਾਲਦੇ ਹੋ। ਮੈਂ ਬਾਰ-ਬਾਰ ਭੁੱਲਣਾ, ਹਰ ਰੋਜ਼ ਭੁੱਲਣਾ। ਤੁਸੀਂ ਰੋਜ਼ ਆ ਕੇ ਸਮਝਾਉਂਦੇ ਹੋ, ਰੋਜ਼ ਆ ਕੇ ਬਖਸ਼ ਦਿੰਦੇ ਹੋ। ਬਾਰ-ਬਾਰ ਬਖਸ਼ਤ ਹੋ ਮੋਹੀ, ਅਪਰਾਧੀ ਯਾਰ ਮੂਰਖ ਕੋਹੀ। ਸਤਿਗੁਰੂ ਜੀ ਮੈਂ ਅਪਰਾਧੀ ਹਾਂ, ਮੂਰਖ ਹਾਂ, ਗਲਤੀ ਮੇਰੀ, ਮੈਨੂੰ ਸਮਝ ਵਿੱਚ ਨਹੀਂ ਆਈ। ਪਰ ਤੁਸੀਂ ਕਿੰਨੇ ਕਿਰਪਾਲੂ, ਬਾਰ-ਬਾਰ ਫਿਰ ਬਖਸ਼ਦੇ ਹੋ। ਜੇਤਕ ਸਮਤ ਦੇਤ ਸੋ ਜਨਮ, ਬਿਨਾ ਦੀਏ ਕਿਆ ਬਪੁਰਾ ਮਾਨਵ। ਤੇ ਗੁਰੂ ਸਾਹਿਬ ਜੀ ਕਹਿੰਦੇ ਨੇ ਸਤਿਗੁਰੂ ਜੀ ਮੇਰੇ ਤੋਂ ਨਹੀਂ ਬਣਨੀ। ਜੇਤਕ ਸਮਤ ਦੇਤ ਸੋ ਜਨਮ, ਕਿ ਜਿੰਨੇ ਕੋ ਸਮਝ, ਜਿੰਨੇ ਕੋ ਅਕਲ ਆਪ ਜੀ ਨੇ ਦੇਣੀ ਹੈ ਉਨੀ ਕੋਈ ਆਉਣੀ ਹੈ। ਇਹ ਤੇ ਆਪ ਹੀ ਸਮਤ ਬਖਸ਼ੋ, ਆਪ ਹੀ ਬਣਵਾਓ ਤੇ ਥੜਾ ਬਣੇਗਾ। ਬਿਨਾਂ ਦੀਏ ਕਾ ਬਪੁਰਾ ਮਾਨਵ। ਜੇ ਤੁਸੀਂ ਸਮਝ ਨਾ ਦਿਓ ਤੇ ਵਿਚਾਰੇ ਮਨੁੱਖ ਦੀ ਕੀ ਤਾਕਤ ਹੈ, ਕੀ ਅਕਲ, ਕੀ ਸਿਆਣਪ ਕੰਮ ਕਰੇਗੀ ਕਿ ਉਹ ਥੜਾ ਉਵੇਂ ਦਾ ਬਣਾ ਸਕਣ ਜਿਵੇਂ ਦਾ ਆਪ ਜੀ ਚਾਹੁੰਦੇ ਹੋ। ਰਾਵਰ ਕਰਨਾ ਕਰੋ ਬਤਾਵੋ, ਨਿੱਕੇ ਰੇਤ ਭਾਕ ਸਮਝਾਵੋ। ਸ਼੍ਰੀ ਰਾਮਦਾਸ ਜੀ ਫਿਰ ਕਹਿੰਦੇ ਨੇ ਹਜ਼ੂਰ ਸਤਿਗੁਰੂ ਜੀ ਕਿਰਪਾ ਕਰੋ, ਅੱਜ ਫਿਰ ਇੱਕ ਵਾਰੀ ਸੋਹਣੇ ਢੰਗ ਨਾਲ ਸਮਝਾ ਦਿਓ। ਯਤਨ ਕਰਾਂਗਾ ਕਿ ਅੱਜ ਕੁਝ ਸਮਝ ਆ ਜਾਏ। ਮੈਂ ਮਤ ਮੰਦ ਅਭਾਗ ਵਿਚਾਰਾ, ਜਾਣ ਸਕਿਓ ਨਾ ਕਹੋ ਤੁਮਾਰਾ। ਸਤਿਗੁਰੂ ਧੰਨ ਗੁਰੂ ਅਮਰਦਾਸ ਦੇ ਚਰਨਾਂ ਵਿੱਚ ਬੈਠੇ ਹੋਏ ਸ਼੍ਰੀ ਰਾਮਦਾਸ ਜੀ ਹੱਥ ਜੋੜ ਕੇ ਕਹਿੰਦੇ ਨੇ ਕਿ ਮੈਂ ਮਾੜੀ ਮੱਤ ਵਾਲਾ ਅਭਾਗਾ, ਕਿ ਤੁਹਾਡਾ ਕਹਿਆ ਹੋਇਆ ਮੈਂ ਸਮਝ ਹੀ ਨਹੀਂ ਸਕਿਆ। ਤੁਸੀਂ 3 ਵਾਰੀ ਸਮਝਾਇਆ ਪਰ ਮੈਨੂੰ ਸਮਝ ਹੀ ਨਹੀਂ ਆਈ। ਇਮ ਕਹਿ ਕਰ ਮੈਂ ਹੈ ਅੰਚਰ ਡਾਰਾ, ਛਿਮੋ ਪ੍ਰਭੂ ਅਪਰਾਧ ਹਮਾਰਾ। ਇਸ ਤਰ੍ਹਾਂ ਬੇਨਤੀ ਕਰਦੇ ਹੋਇਆ ਸ਼੍ਰੀ ਰਾਮਦਾਸ ਜੀ ਨੇ ਆਪਣੇ ਗਲ ਵਿੱਚ ਪਰਨਾ ਪਾਇਆ, ਜਿਹਨੂੰ ਆਪਾਂ ਹਜੂਰੀਆ ਕਹਿੰਦੇ ਹਾਂ। ਤੇ ਹਜੂਰੀਆ ਪਾ ਕੇ ਦੋਵੇਂ ਹੱਥ ਜੋੜ ਕੇ ਕਹਿੰਦੇ ਨੇ ਸਤਿਗੁਰੂ ਜੀ ਮੇਰੇ ਅਪਰਾਧ ਨੂੰ ਬਖਸ਼ ਦਿਓ। ਸਿੱਖ ਸਮੀਪ ਸਭ ਹੀ ਸੁਣ ਕਰ ਕੈ, ਹਰਖੇ ਸਿੱਖੇ ਰੀਤ ਪਿਚਰ ਕੈ। ਤੇ ਜਿਹੜੇ ਸਿੱਖਾਂ ਨੇ, ਕੁਝ ਕੁ ਸਿੱਖਾਂ ਨੇ ਸਵਾਲ ਕੀਤਾ ਸੀ ਨਾ ਗੁਰੂ ਸਾਹਿਬ ਜੀ ਕੋਲ ਕਿ ਗੁਰਤਾ ਗੱਦੀ ਕਿਹਨੂੰ ਮਿਲੇਗੀ, ਪ੍ਰੇਮ ਜ਼ਿਆਦਾ ਕਿਹਦਾ ਹੈ। ਹੁਣ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਜੀ ਦੇ ਅੰਦਰ ਦੀ ਨਿਮਰਤਾ ਵੇਖ ਕੇ ਉਹ ਸਾਰੇ ਪ੍ਰਸੰਨ ਹੋ ਗਏ ਕਿ ਅਸਲ ਵਿੱਚ ਸਿੱਖੀ ਇਸੇ ਨੂੰ ਕਹਿੰਦੇ ਨੇ। ਸੇਵਕ ਕਹਿੰਦੇ ਇਹਨਾਂ ਨੂੰ ਕਿ ਕੇਵਲ ਹੁਕਮ ਹੀ ਮੰਨਣਾ ਹੈ। ਔਰ ਗੁਰੂ ਸਾਹਿਬ ਨੇ ਤੇ ਪਾਵਨ ਬਚਨ ਕਹੇ ਵੀ ਨੇ, ਹੁਕਮ ਮੰਨਿਆ ਹੋਵੇ ਪ੍ਰਵਾਨ। ਥੜਾ ਚੰਗਾ ਬਣਿਆ ਕਿ ਮਾੜਾ ਬਣਿਆ ਬਿਲਕੁਲ ਨਹੀਂ ਕਿਹਾ। ਕਹਿੰਦੇ ਸਤਿਗੁਰੂ ਜੀ ਤੁਸੀਂ ਸਮਝਾਓ ਕਿਰਪਾ ਕਰਕੇ, ਮੈਨੂੰ ਸਮਝ ਵਿੱਚ ਨਹੀਂ ਆਉਂਦੀ। ਇਹ ਸਿੱਖਾਂ ਦੀ ਸਮਝ ਵਿੱਚ ਵੀ ਆ ਗਏ ਕਿ ਇਹ ਗੁਰਤਾ ਗੱਦੇ ਦਾ ਜੇ ਕੋਈ ਭਾਗੀਦਾਰ ਹੈ, ਜੇ ਕੋਈ ਯੋਗ ਹੈ ਗੁਰਤਾ ਗੱਦੇ ਤੇ ਸ਼੍ਰੀ ਰਾਮਦਾਸ ਜੀ ਨੇ।
परम प्रसन्न भय गुर पूरे, गुरता उचित लखे गुण रूरे। ये सुन के धन गुरु अमरदास जी बड़े प्रसन्न हुए। जदों श्री रामदास जी थड़े नूं ढाउण लगे, सतगुरु धन गुरु अमरदास जी ने हाथ फड़ लए कि रामदास जी हुण नहीं ढाउणा। और वो थड़ा अज भी है। जदों गोबिंदवाल साहब आप जी जाओ, कदे ध्यान नाल देखियो, बौली साहब जदों इशनान करीदा, ਜਿਹੜੇ पासे बीबियां इशनान करदियां ने, बाहरले पासे थड़ा बनया होया, हुण उत्थे संगमरमर लग्या। वो थड़ा उही है जिहड़ा धन गुरु रामदास जी ने बनाया, पर जिहड़ा खिज के बनया, धक्के नाल बनया, उत्तों उत्तों वाले प्यार नाल बनया, वो थड़ा उत्थे है ही नहीं। क्योंकि ढा दे दिता से दोबारे कहते बनाउणा नहीं। और धन गुरु अमरदास जी ने हथ बड़े, कहते रामदास जी हुण इहनूं ढाउणा नहीं, ये तड़ा हुण इसे तरह रहेगा। सिख समीप सब ही सुन करके, हरखे सिखे रेत पिचर कै। सबन सुनावत बात अलावे, इसके सेवा मोह मन भावे। सारे उन्होंने सिखा नूं सुना के गुरु साहब जी कहते हैं, क्योंकि इशारा ही किया, दस्या तो नहीं कि गुरता गद्दी किनू मिली, किनू मिलेगी। सिखा नूं कहते भाई इस रामदास जी की सानू सेवा ज़्यादा पौंदी है। आपा कबू न करे जनावण, निस दिन प्रेम भगत मह पावन। इन्हां ने अपना आप कदे जनाए कि गुरु का हुक्म बस मन्निया ही है। दिन रात जिन्हों ने कुछ किया तो प्रेम नहीं किया। सेवा तो सारी करते हैं, पर सेवा दे विच प्रेम सारिਆਂ ਦਾ नहीं होता। वो सेवा जिहड़ी सफल होनी है, जिंदे विच चित्त चाहिए, वो चित्त सारिਆਂ ਦਾ लगता नहीं। सुन सब सिखण संसै खोवा, गुरता उचित भले यह जोवा। ये सुन के सिखां दे मन में जिहड़े संशय आए सन कि गुरता गद्दी किनू मिलेगी, उन्होंने जवाब मिल गया, अंदर दे शंके दूर हो गए। और आपस में विचार करते हैं कि गुरता गद्दी दे लायक जे कोई है, वो श्री रामदास जी ने। बाकण ते पछाण कर लेने, आपा जो त्यारे आपा ही ने। गुरु साहब ने कहा तो नहीं, पर कहते बाकण ते पछाण कर लेने। और तीजे दिन जेडे बोल सन भाई रामा जी के, श्री रामदास जी के, उन्होंने बोलों तो पछाण ही आ गई। किस पूछा से प्रेम कितना ज़्यादा, तो प्रेम भी समझ आ गई। तो जिंदा प्रेम ज़्यादा का मतलब फिर अगले गुरु साडे भी होंगे। सतगुर निज स्थान कहो गाए, सिख संग जे तिनू सुनाए। कहते सतगुरु धन गुरु अमरदास जी अपने स्थान ते चबारे नूं जांदे ने, जिहड़े नाल सिख सन उन्होंने गुरु साहब जी ने सुना दिता। रामदास है पुरख महाने, इसके संग तरे नर जाने। सतगुरु कहते हैं भाई सिखो, श्री रामदास जी बड़े महान पुरख ने। इन्हां दे संगत करने वाले अनेक ही असंख्य जिहड़े ने उतरनगे। और इन्ने बचन सन, इशारे सी कि जे इन्हां दी संगत नाल उतरनगे तो अगले तुहाडे गुरु भी ही होणगे। बरिंदन को करता कल्याण, बसे करो मुझ सेवा ठान। सतगुरु जी कहते हैं ये अज भी अनेकों का कल्याण करता है, आने वाले समय भी करते रहेंगे। और सतगुरु धन गुरु रामदास जी अज भी सिख का कल्याण करते हैं। अज भी सिख को बोल के हुक्म करते हैं कि भाई गुर सतगुरु का जो सिख खाए, सो भलके उठ हर नाम ते आवे। गुरु के सिक्का गुरु साहब जी बोल के कहते हैं तू कर, उदम करे भलके प्रभाती इशनान करे अमृतसर नावे। कहते जे तेरा भला है तू उदम कर। और सतगुरु जी कहते हैं बसे करो मुझ सेवा ठान, कि श्री रामदास जी ने इन्ने प्यार दे नाल ये सेवा की कि मैनू अपने वस विच कर लिया है। इस ते नाहे अधे कुछ मेरो, सभ्यण ते पद प्राप्त गौरे।
सतगुरु जी कहते हैं इन्हां वास्ते कुछ ऐसा नहीं जिहड़ा अदेह होवे। अदेह का अर्थ कि जिहड़ा ना दिता जा सकता हो, भाव के सब कुछ ही इन्हां दा है। एक कदे चार पदार्थों की गल नहीं कहते। ये धन गुरु नानक साहब की जिहड़ी वडियाई है, जो कुछ भी है, सब तो उच्ची पदवी जिहड़ी है वो इन्हां वास्ते और इस घर में ऐसा कुछ नहीं कि जिहड़ा इन्हां नूं ना दिता जा सके। ये सब किसी के हकदार ने। इत्थे कवि संतोख सिंह जी ने यह अध्याय खत्म किया है। अगला अध्याय नंबर 58, इहदे च धन गुरु अमरदास सच्चे पातशाह जी जिहड़ी बौली सब बनाई है, इस बौली की कुछ महिमा है। वो महिमा सिखां नूं सुणाउंदे ने। कहंदा फल की मिलेगा। दोहरा भगत खजाना खुन रहियो, सतगुरु के दरबार। चार पदार्थ संगत देत लगत नह बार। कवि संतोख सिंह जी कहते हैं कि सतगुरु धन गुरु अमरदास सच्चे पातशाह के दरबार दे विच भगती का खजाना खुलिया है। तो कला भगती का नहीं, भगती के नाल नाल चार पदार्थों के दात भी दिंदे ने। और कहते हैं इहदे विच कोई देर भी नहीं लगती। लगत नह बार, देत लगत नह बार, कि इत्थे आके जे कोई मंग करता है कि मैनू शोभा वडियाई मिले, जे कोई मंग करता मैनू भगती मिले, उन्होंने भगती के भंडारे खुले पे ने, भर भर के मिलती है। कोई मुक्ति मंगता मुक्ति मिलती है। और कवि संतोख सिंह ने इको पंक्ति च गल मुका दी कि चारे पदार्थ जे को मंगे, गुरु साहब जी चारे पदार्थ बख्शते हैं जिहड़े बड़े दुर्लभ ने, जिहड़े वड्डे वड्डे जोगी सिद्धियां कर करके तप कर करके उन्होंने मिलते हैं, वो गुरु अमरदास सच्चे पातशाह के दरबार विचों मिलते हैं। तीरथ परम रचो बड़ पुण्य, सेवत भय पुरख सो धन्य। इस तरह कहते सतगुरु धन गुरु अमरदास जी ने बड़ा बहाने तीरथ रचिया, बौली साहब बनाई कि जेड़े जेड़े मनुख भी उत्थे सेवा करते रहे, जिन्हों ने सेवा की उन्होंने जन्म भी धन हो गए, उन्होंने जीवन जेड़े ने धनता के योग हो गए। महामहात्म है जिसके राम, जिस मज्जै फल लह कनेरा। और ये बौली साहब वो तीर्थ है कि जिंदा महात्म इन्ना है कि जेड़ा आके ते इशनान करे, दर्शन करे, उन्हें बहुत वड्डा फल प्राप्त होता है। और केड़ा फल प्राप्त होता है, एक कवि संतोख सिंह ने अगे लिखा है। आप कल विचारांगे समय के मुताबिक। इतनी बेनतियां प्रवान करनियां हुई भुलां दी खिमा। आओ 1-2 मिनट होर रसना के नाल हाजरी लवाइए, फिर समाप्ति है जी। वाहेगुरु 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 वाहेगुरु। वाहेगुरु 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 वाहेगुरु। वाहेगुरु वाहेगुरु। वाहेगुरु जी का खालसा, वाहेगुरु जी की